Hello everyone, welcome to the official YouTube channel of Exam Hunt. In today's video, we are going to discuss that what is the importance of solving previous year questions in Punjab PCS. और even अगर ਤੁਸੀਂ ਕੋਈ ਵੀ एग्जाम ਦੇ ਰਹੇ ਹੋ competitive exam ਦੇ ਰਹੇ ਹੋ then ਉਹਦੇ ਵਿੱਚ ਕੀ ਇੰਪੋਰਟੈਂਸ ਹੈ previous year questions ਨੂੰ ਐਨਾਲਾਈਜ਼ ਕਰਨ ਦੀ ਔਰ ਉਹਨਾਂ ਨੂੰ ਸੋਲਵ ਕਰਨ ਦੀ ਉਹ ਸਭ ਕੁਝ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਠੀਕ देखो पंजाब PCS ਲਈ अगर ਤੁਸੀਂ एस्पायर कर रहे हो then you should know the exam pattern, you should know the syllabus and some more important things ਜਿਸ ਦੇ ਨਾਲ related already ਮੈਂ videos upload ਕਰ ਚੁੱਕੀ ਹਾਂ ਸਾਡੇ ਚੈਨਲ ਦੇ ਉੱਤੇ exam hunt ਚੈਨਲ ਦੇ ਉੱਤੇ ਤੁਸੀਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਉਹ ਵੀਡੀਓਜ਼ ਨੂੰ ਪਹਿਲਾਂ ਤੁਸੀਂ ਵਿਜ਼ਿਟ ਕਰਨਾ ਹੈ ਬਿਕੋਜ਼ that is very very important as far as your preparation is concerned okay ਪਹਿਲਾਂ ਉਹਨਾਂ ਵੀਡੀਓਜ਼ ਨੂੰ ਦੇਖਣਾ ਉਸ ਤੋਂ ਬਾਅਦ ਇਸ ਵੀਡੀਓ ਦੇ ਉੱਤੇ ਆ ਕੇ ਸਮਝਣਾ ਹੈ ਤੁਸੀਂ ਕਿ ਕਿਸ ਤਰੀਕੇ ਨਾਲ ਅਸੀਂ previous year questions ਤੋਂ ਹੈਲਪ ਲੈ ਸਕਦੇ ਹਾਂ ਆਪਣੇ ਅੱਗੇ ਵਾਲੇ ਐਗਜ਼ਾਮਸ ਨੂੰ ਕੁਆਲੀਫਾਈ ਕਰਨ ਲਈ ਦੇਖੋ ਪ੍ਰੀਵੀਅਸ ਈਅਰ ਕੁਐਸਚਨਸ ਜੋ ਹੁੰਦੇ ਨੇ ਨਾ ਦੇ ਆਰ ਦ ਨੈਕਸਟ ਗਾਈਡਸ ਟੂ योर ਸਿਲੇਬਸ ਸਭ ਤੋਂ ਪਹਿਲਾਂ ਮੈਂ ਜੋ ਸਟੂਡੈਂਟਸ ਨੇ ਮੇਰੀ ਵੀਡੀਓ ਦੇਖੀ ਹੈ ਸਿਲੇਬਸ ਵਾਲੀ ਉਹਨਾਂ ਨੂੰ ਇਹ ਚੀਜ਼ ਕਲੀਅਰ ਹੋਣੀ ਕਿ ਮੈਂ ਸਿਲੇਬਸ ਨੂੰ ਕਿੰਨਾ ਜ਼ਿਆਦਾ ਇਲੈਬੋਰੇਟ ਤਰੀਕੇ ਨਾਲ ਡਿਸਕਸ ਕੀਤਾ ਹੈ ਬੋਥ ਆਫ ਪ੍ਰੀਲਿਮਸ ਐਂਡ ਮੇਨਸ ਔਰ ਉਸ ਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਵੀ ਐਕਸਪਲੇਨ ਕੀਤੀ ਸੀ ਕਿ ਹਾਊ ਦ ਸਿਲੇਬਸ ਬਿਕਮਸ ਵੈਰੀ ਵੈਰੀ ਇੰਪੋਰਟੈਂਟ ਫॉर ਯੂ ਪੀਪਲ ਜੋ ਵੀ ਤਿਆਰੀ ਕਰ ਰਹੇ ਨੇ ਠੀਕ ਹੈ ਸਿਲੇਬਸ ਤੋਂ ਨੈਕਸਟ ਜੋ ਇੰਪੋਰਟੈਂਸ ਆਂਦੀ ਹੈ ਉਹ ਆਂਦੀ ਹੈ ਪ੍ਰੀਵੀਅਸ ਈਅਰ ਕੁਐਸਚਨਸ ਦੀ ਪ੍ਰੀਵੀਅਸ ਈਅਰ ਜੋ ਸਾਡੇ ਪੇਪਰਸ ਹੁੰਦੇ ਨੇ ਸੋ ਉਸੇ ਚੀਜ਼ ਨੂੰ ਅੱਜ ਅਸੀਂ ਡਿਸਕਸ ਕਰਾਂਗੇ point wise format ਦੇ ਵਿੱਚ ਕਿ ਕਿੱਦਾਂ ਸਾਡੇ ਲਈ ਇਹ ਬਹੁਤ ਜ਼ਿਆਦਾ ਯੂਸਫੁਲ ਤੇ ਐਫੀਸ਼ੀਐਂਟ ਪ੍ਰੂਵ ਹੋ ਸਕਦੇ ਹੈ ਜਦੋਂ ਅਸੀਂ ਆਪਣੀ ਪ੍ਰੈਪਰੇਸ਼ਨ ਕਰਾਂਗੇ ਠੀਕ ਸੋ ਇਸ ਦੇ ਨਾਲ ਅਸੀਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ देखो फर्स्ट जो बहुत इंपॉर्टेंट चीज है दैट इज दे आर द मोस्ट रिलायबल सोर्स एवर दैट यू कैन फाइंड इन द मार्केट मैं तुहानू पहला भी बहुत बार ये चीज एक्सप्लेन की है कि जो सोर्सेज ने ना जो रिसोर्सेज ने दे आर वेरी वेरी इलैबोरेट ਤੁਹਾਨੂੰ ਬਹੁਤ ਜ਼ਿਆਦਾ ਰਿਸੋਰਸਸ ਮਾਰਕੀਟ ਦੇ ਵਿੱਚ ਮਿਲ ਜਾਣਗੇ ਬਟ ਸਾਡਾ ਪਰਪਸ ਕੀ ਹੈ ਕਿ ਅਸੀਂ ਇੱਕ ਬਹੁਤ ਹੀ ਆਥੈਂਟਿਕ ਸੋਰਸ ਤੋਂ ਪੜ੍ਹਨਾ ਹੈ ਹੁਣ ਜਦੋਂ ਤੁਸੀਂ PYQs ਨੂੰ ਚੱਕੋਗੇ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਜਦੋਂ ਤੁਸੀਂ ਉਠਾਓਗੇ then ਇਹ ਕਿੱਥੋਂ ਆ ਰਹੇ ਨੇ they are nothing else but the questions that has been asked in the previous year papers ਜੋ ਪਿਛਲੇ ਸਾਲ ਐਗਜ਼ਾਮ ਹੋਇਆ ਸੀ ਜੋ ਉਸ ਤੋਂ ਪਿਛਲੇ ਸਾਲ ਐਗਜ਼ਾਮ ਹੋਇਆ ਸੀ ਉਸ ਵਿੱਚ ਜੋ ਕੁਐਸਚਨਸ ਪੁੱਛੇ ਗਏ ਹੈ ਉਹ ਸਾਰੇ ਕੁਐਸਚਨਸ ਦਾ ਇੱਕ ਤੁਹਾਨੂੰ ਉਹ ਮਿਲ ਜਾਂਦਾ ਹੈ ਇੱਕ ਆਈ ਊਡ ਸੇ ਕਲੈਕਸ਼ਨ ਮਿਲ ਜਾਂਦੀ ਹੈ ਪ੍ਰੀਵੀਅਸ ਈਅਰ ਕੁਐਸਚਨਸ ਦੀ ਫਾਰਮੈਟ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਜੋ ਤੁਸੀਂ ਪਰਚੇਸ ਕਰ ਸਕਦੇ ਹੋ ਜੋ ਡਾਇਰੈਕਟਲੀ ਤੁਹਾਨੂੰ ਸੌਰਟਡ ਵੇ ਦੇ ਨਾਲ ਪ੍ਰੀਵੀਅਸ ਈਅਰ ਕੁਐਸਚਨਸ ਪ੍ਰੋਵਾਈਡ ਕਰਦੇ ਆ ਸੋ ਸਾਡਾ ਬਹੁਤ ਹੀ ਆਬਵੀਅਸ ਰੀਜ਼ਨ ਬਣ ਜਾਂਦਾ ਹੈ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਸੋਲਵ ਕਰਨ ਦਾ ਕਿ ਇਹ ਬਹੁਤ ਰਿਲਾਇਬਲ ਸੋਰਸਸ ਨੇ ਤੁਸੀਂ ਜੋ ਵੀ ਟੈਸਟ ਸੀਰੀਜ਼ ਸੋਲਵ ਕਰਦੇ ਹੋ ਸਟੂਡੈਂਟਸ ਟੈਸਟ ਸੀਰੀਜ਼ ਸੋਲਵ ਕਰਦੇ ਆ ਹੈ ਨਾ ਟੈਸਟ ਸੀਰੀਜ਼ ਅਗਰ ਤੁਸੀਂ ਸੋਲਵ ਕਰਦੇ ਹੋ ਨੋ ਡਾਊਟ ਉਹ ਤੁਹਾਨੂੰ ਬਹੁਤ ਅੱਛਾ ਇੱਕ ਲੈਵਲ ਪ੍ਰੋਵਾਈਡ ਕਰਦੇ ਹੈ ਬਟ ਦੇ ਆਰ ਨਾਟ I would say ਕਿ ਇਹਨਾਂ ਦਾ ਸਬਸਟੀਟਿਊਟ ਨਹੀਂ ਹੈਗੇ ਉਹ ਅਗਰ ਤੁਸੀਂ ਟੈਸਟ ਸੀਰੀਜ਼ ਸੋਲਵ ਕਰਕੇ ਚਲੇ ਗਏ ਤੁਸੀਂ 100 ਟੈਸਟ ਸੋਲਵ ਕਰ ਲਓ 1000 ਟੈਸਟ ਸੋਲਵ ਕਰ ਲਓ ਲੇਕਿਨ ਯੂ ਕੈਨ ਨਾਟ ਸੇ ਕਿ ਹੁਣ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਦੇਖਣੇ ਹੀ ਪੈਣੇ ਹੈ ਅਗਰ ਤੁਸੀਂ ਐਕਚੁਅਲ ਦੇ ਵਿੱਚ ਗੈਸ ਕਰਨਾ ਹੈ ਐਕਚੁਅਲ ਦੇ ਵਿੱਚ ਅਗਰ ਤੁਸੀਂ ਇੱਕ ਆਈਡੀਆ ਲੈਣਾ ਹੈ ਕਿ PCS ਕੀ ਹੈ because test series जो है they are just the imitation of things they are not the actual things that have already happened ਉਹ ਤੁਹਾਨੂੰ ਉਹੀ ਦੱਸੇਗਾ ਜੋ ਪੁੱਛਿਆ ਗਿਆ ਹੈ ਠੀਕ ਹੈ so that's why previous year questions become very important next ਜੋ ਸਾਡਾ point ਹੈ that is they provides you the direction ਦੇਖੋ ਸਭ ਤੋਂ important ਚੀਜ਼ ਜਦੋਂ ਵੀ you prepare for competitive exam ਉਹ ਇਹ ਹੈ ਕਿ ਤੁਸੀਂ ਐਦਾਂ ਅਗਰ ਸਿੱਧੇ ਪਾਥ ਦੇ ਜਾ ਕੇ preparation ਕਰ ਰਹੇ ਹੋ ਨਾ there are very high chances and there are good number of chances ਕਿ ਤੁਸੀਂ ਇਸ ਤੋਂ ਡਾਇਵਰਟ ਹੋ ਜਾਓਗੇ ਬਹੁਤ ਜਲਦੀ ਹੁਣ ਤੁਸੀਂ ਆਪਣੀ ਡਾਇਰੈਕਸ਼ਨ ਤੋਂ ਡਾਇਵਰਟ ਨਾ ਹੋ ਜਾਓ ਉਸੇ ਚੀਜ਼ ਦਾ ਪਰਪਸ ਸੋਲਵ ਕਰਨ ਲਈ ਹੀ ਪ੍ਰੀਵੀਅਸ ਈਅਰ ਕੁਐਸਚਨਸ ਬਣੇ ਆ ਜਦੋਂ ਤੁਸੀਂ ਕੋਈ ਵੀ ਸਬਜੈਕਟ ਪੜ੍ਹਨਾ ਹੈ ਅਗਰ ਯੂ ਹੈਵ ਦ ਇਨਫੋਰਮੇਸ਼ਨ ਕਿ ਕਿਸ ਤਰੀਕੇ ਦੇ ਕੁਐਸਚਨਸ ਪਹਿਲਾਂ ਉਹਦੇ ਵਿੱਚੋਂ ਪੁੱਛੇ ਗਏ ਆ ਤੁਹਾਡੇ ਐਗਜ਼ਾਮ ਦੇ ਵਿੱਚ ਦੈਨ ਆਈ ਗਾਰੰਟੀ ਯੂ ਕਿ ਤੁਸੀਂ ਕਦੇ ਵੀ ਆਪਣੀ ਡਾਇਰੈਕਸ਼ਨ ਤੋਂ ਡਾਇਵਰਟ ਨਹੀਂ ਹੋਵੋਗੇ you will always be in the right direction ਅਗਰ ਤੁਹਾਨੂੰ ਇੱਕ ਆਈਡੀਆ ਹੈ ਕਿ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਗਏ ਫॉर ਐਗਜ਼ਾਮਪਲ ਯੂ ਆਰ ਰੀਡਿੰਗ ਜਿਓਗ੍ਰਾਫੀ you are studying geography then ਅਗਰ ਪਹਿਲਾਂ ਤੋਂ ਤੁਹਾਡੇ ਕੋਲ ਇੱਕ ਆਈਡੀਆ ਹੈ ਕਿ ਅੱਛਾ ਇਸ ਟੌਪਿਕ ਦੇ ਵਿੱਚੋਂ ਇੰਨੇ ਕੁਐਸਚਨਸ ਆਉਂਦੇ ਹੈ ਜਾਂ ਇਸ ਟਾਈਪ ਦੇ ਕੁਐਸਚਨਸ ਪੁੱਛੇ ਜਾਂਦੇ ਨੇ then they are very very helpful to you during your preparation
ਸੋ ਇਹ ਤੁਹਾਨੂੰ ਕਦੇ ਵੀ ਤੁਹਾਡੀ ਡਾਇਰੈਕਸ਼ਨ ਤੋਂ ਡਾਇਵਰਟ ਨਹੀਂ ਹੋਣ ਦਿੰਦੇ। ਸੈਕਿੰਡ ਤੇ ਮੋਸਟ ਇੰਪੋਰਟੈਂਟ ਪੁਆਇੰਟ ਸਾਡਾ ਇਹ ਬਣ ਜਾਂਦਾ ਹੈ। ਠੀਕ, ਨੈਕਸਟ ਇਜ਼ ਸਿਲੇਬਸ ਕਨਫਾਈਨਮੈਂਟ। ਸਿਲੇਬਸ ਆਲਰੇਡੀ ਮੈਂ ਡਿਸਕਸ ਕਰ ਚੁੱਕੀ ਹਾਂ, ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਹ ਸਿਲੇਬਸ ਵਾਲੀ ਵੀਡੀਓ ਜ਼ਰੂਰ ਦੇਖਣੀ ਹੈ ਅਗਰ ਤੁਸੀਂ ਨਹੀਂ ਇੱਕ ਵਾਰ ਚੈੱਕਆਊਟ ਕੀਤੀ। ਠੀਕ ਹੈ, ਸਿਲੇਬਸ ਬਹੁਤ ਜ਼ਿਆਦਾ ਹੈ, ਇਹ ਬਹੁਤ ਜ਼ਿਆਦਾ ਨੈਚੁਰਲ ਫੈਕਟ ਹੈ। ਪੀਸੀਐਸ ਦਾ ਸਿਲੇਬਸ ਬਹੁਤ ਜ਼ਿਆਦਾ ਹੈ। ਜਦੋਂ ਤੁਸੀਂ ਪ੍ਰੀਲਿਮਸ ਦਾ ਸਿਲੇਬਸ ਦੇਖੋਗੇ ਜਾਂ ਇਨਫੈਕਟ ਅਗਰ ਤੁਸੀਂ ਮੇਨਸ ਦਾ ਵੀ ਸਿਲੇਬਸ ਦੇਖੋਗੇ ਨਾ, ਦੈਨ ਯੂ ਵਿਲ ਰੀਅਲਾਈਜ਼ ਕਿ ਉੱਥੇ ਉਹਨਾਂ ਨੇ ਬਹੁਤ ਹੀ ਛੋਟੇ ਕੁਝ ਟੌਪਿਕਸ ਮੈਂਸ਼ਨ ਕਰਤੇ, ਪੋਲਿਟੀ, ਜੋਗ੍ਰਾਫੀ, ਇੰਟਰਨੈਸ਼ਨਲ ਰਿਲੇਸ਼ਨਸ ਔਰ ਇਹ ਸਭ, ਹੈ ਨਾ। ਤਾਂ ਜਦੋਂ ਵੀ ਤੁਸੀਂ ਆਪਣੇ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਸੋਲਵ ਕਰਨ ਬੈਠੋਗੇ, ਉਸ ਨਾਲ ਤੁਹਾਨੂੰ ਇੱਕ ਬਹੁਤ ਹੀ ਅੱਛਾ ਆਈਡੀਆ ਹੋ ਜਾਏਗਾ ਕਿ ਜੋ ਵੀ ਕੰਟੈਂਟ, whatever content is mentioned in your syllabus, ਤੁਸੀਂ ਉਸਨੂੰ ਕਿਸ ਤਰੀਕੇ ਨਾਲ ਕਨਫਾਈਨ ਕਰਨਾ ਹੈ। You will not be just reading anything regarding your syllabus, ਤੁਸੀਂ ਸਿਰਫ ਉਹੀ ਪੜ੍ਹੋਗੇ which is relevant to your exam। ਤੁਸੀਂ ਸਿਰਫ ਉਹੀ ਪੜ੍ਹੋਗੇ ਔਰ ਉਹ ਕਦੋਂ ਹੋਏਗਾ, ਜਦੋਂ ਤੁਸੀਂ ਇਸ ਨੂੰ ਪੜ੍ਹੋਗੇ ਇਨ ਲਾਈਨ ਵਿਦ ਯੋਰ ਪ੍ਰੀਵੀਅਸ ਈਅਰ ਕੁਐਸਚਨਸ। ਸੋ ਥਰਡ ਔਰ ਮੋਸਟ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਤੁਹਾਡਾ ਜੋ ਸਿਲੇਬਸ ਹੈ, ਜੋ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਵਾਸਟ ਹੈ, ਉਹ ਇੱਕ ਕਨਫਾਈਨਡ ਤਰੀਕੇ ਦੇ ਨਾਲ ਤੁਹਾਡੇ ਕੋਲ ਇਕੱਠਾ ਹੋ ਜਾਂਦਾ ਹੈ ਅਗਰ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਨੌਲੇਜ ਰੱਖਦੇ ਹੋ ਆਪਣੇ ਕੋਲ ਪਹਿਲਾਂ। ਠੀਕ, ਅਗਲਾ ਪੁਆਇੰਟ ਹੈ helps in identifying your strong and weak areas। ਦੇਖੋ, ਅਗਰ ਤੁਸੀਂ PYQs ਨੂੰ ਸੋਲਵ ਕਰਦੇ ਰਹਿੰਦੇ ਹੋ ਨਾ ਟਾਈਮ ਟੂ ਟਾਈਮ, then you get to know ਕਿ ਤੁਹਾਡਾ ਕਿਹੜਾ ਪੋਰਸ਼ਨ ਸਟਰੋਂਗ ਹੈ। ਫॉर ਐਗਜ਼ਾਮਪਲ ਤੁਸੀਂ ਹਿਸਟਰੀ ਕੰਪਲੀਟ ਕੀਤੀ, ਠੀਕ ਹੈ, ਹਿਸਟਰੀ ਦੇ ਤਿੰਨੋਂ ਪੋਰਸ਼ਨਸ ਤੁਸੀਂ ਕਰ ਚੁੱਕੇ ਹੋ ਕੰਪਲੀਟ, एंशियंट, मेडिवल एंड मॉडर्न, तीनों आर्ट एंड कल्चर भी कर लिया, एंड देन यू वेंट एंड यू सॉल्व प्रीवियस ईयर क्वेश्चंस। लेकिन तुसी ये चीज़ एनालाइज की कि मेरे तो सॉल्व नहीं होंदे पे इन्ने ज़्यादा क्वेश्चन। अगर 10 क्वेश्चंस हैं, देन आउट ऑफ 10 क्वेश्चंस आई एम ओनली एबल टू सॉल्व 5 क्वेश्चंस। ठीक है, सही गलत बाद विच डिसाइड करांगे, लेकिन तुसी सॉल्व ही 5 कर पा रहे हो, बाकी 5 क्वेश्चंस इदां दे जो इदां लग रहा तुहानूं देखण दे विच कि तुसी कदे देखे ही नहीं। ठीक, सो इस तरीके के आइडियाज़ तुहानूं कौन देगा अगर तुसी प्रीवियस ईयर क्वेश्चंस नूं देखोगे, उन्हां नूं सॉल्व करन दा ट्राई करोगे आफ्टर कंप्लीटिंग ईच एंड एवरी सैक्शन। ठीक है, ऑल्दो इट इज़ नॉट रिकमेंडेड कि तुसी पहला पूरा दा पूरा सबजैक्ट कंप्लीट करना है, दैन ओनली तुसी मूव करना है PYQs दे उत्ते, क्योंकि मैं हमेशा यही रिकमेंड करदी हाँ स्टूडेंट्स नूं कि तुसी PYQs जो है ना वो बहुत ज़्यादा अच्छी गल है कि अगर तुसी टॉपिक वाइज करो। फॉर एग्जाम्पल तुसी कोई एक टॉपिक किया हिस्टरी का, एंशियंट हिस्टरी का कोई एक टॉपिक किया, दैन तुसी उहदे PYQs नूं सॉल्व किया, क्योंकि अजकल मार्केट दे विच बहुत सारियां इदां दियां सोर्सेज अवेलेबल ने जो तुहानूं टॉपिक वाइज भी दिंदे है PYQs नूं। ठीक है, कि तुसी PYQs नूं किस तरीके नाल करना है टॉपिक वाइज, वो भी तुहाडे कोल अवेलेबल हुंदा है। सो टॉपिक वाइज अगर तुसी जाओ तो ज़्यादा अच्छी गल है, सो दैट अगर कोई भी प्रॉब्लम किसी टॉपिक दे विच आ रही है, तुसी उसे टाइम अपना टॉपिक दे उत्ते दोबारा जाके उसनूं रिवाइज करो एंड दोबारा अपने जो भी मिसटेक्स ने उन्हां नूं उत्थे ही एट दैट टाइम इटसैल्फ तुसी उन्हां नूं करैक्ट कर लो। सो ये चीज़ हुंदी है, तुहानूं पता लग जाता है कि किहड़े तुहाडे स्ट्रोंग एरियाज़ ने, किहड़े तुहाडे वीक एरियाज़ ने। ठीक है, PYQs नूं सॉल्व करन दे नाल। सो ये साडा 4th पॉइंट सीगा। नैक्सट है हैल्प्स इन सैल्फ असैसमेंट। देखो, टेस्ट सीरीज़ वाला पॉइंट मैं डिस्कस किया सी किसी वीडियो दे विच, उहदे विच मैं दस्सिया सीगा कि रीडिंग करना इज़ नॉट सफिशेंट। तुसी सिलेबस पढ़िया है, ठीक है, तुहानूं पता है अपना सिलेबस की है, सिर्फ तुसी अगर रीड कर रहे हो अपने सिलेबस नूं, बुक्स नूं तुसी पढ़े जा रहे हो, ਉਹਦਾ ਕੋਈ यूज़ नहीं है जिन्ना चिर तुसी एनालाइज नहीं करते। एनालाइज किद्दां होएगा? एनालाइज करन दे 2 तरीके है। पहला तरीका है टेस्ट देना, तुसी टेस्ट दोगे, ठीक है। सैकेंड वे की है PYQs। ऑब्वियसली ये तो बहुत ज़्यादा ऑथेंटिक वे है जिस दे नाल तुहानूं क्लीयर कट एक आइडिया मिल जाएगा कि तुहाडी प्रैपरेशन सही डायरैक्शन दे विच हुई है या नहीं हुई। ठीक है, सैल्फ असैसमेंट हो सकती है बहुत ज़्यादा अच्छे वे दे नाल अगर तुसी प्रीवियस ईयर क्वेश्चनस नूं अपना जजमेंट करते हो लैके और टेस्ट देने हो। ऑब्वियसली टेस्ट तो देने ही है तुसी। ठीक है, सो सैल्फ असैसमेंट वाला पॉइंट भी बहुत ज़्यादा क्रूशियल है जिहड़ा तुहानूं मिल जाता है प्रीवियस ईयर क्वेश्चनस करन दे नाल। नैक्सट जो साडा पॉइंट है दैट इज इट गिव्स यू द आइडिया अबाउट द लेवल ऑफ क्वेश्चनस। देखो, कई बार असीं पता की हुंदा है, दोनों तरीके दियां पॉसिबिलिटीज़ हो सकदियां हैं। पहली पॉसिबिलिटी की है कि हो सकता है कि असीं इदां रीड करी जाइए कि बहुत ही ईजी टाइप के क्वेश्चनस बना के असीं रीड कर रहे हैं। फॉर एग्जाम्पल तुसी अगर कोई हिस्टरी का चैप्टर पढ़ रहे हो, फर्स्ट चैप्टर तुसी हिस्टरी का पढ़ रहे हो, ठीक है,
ਮੋਸਟ ਆਫ ਦ ਟਾਈਮਸ ਜਦੋਂ ਅਸੀਂ ਚੈਪਟਰ ਰੀਡ ਕਰਦੇ ਹਾਂ ਤਾਂ ਸਾਡੇ ਮਾਈਂਡ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਇੱਥੋਂ ਕੁਐਸਚਨ ਆ ਸਕਦਾ ਹੈ। ਅਸੀਂ ਆਪਣੇ ਆਪ, ਸਾਡਾ ਉਹ ਇੱਕ ਬ੍ਰੇਨ ਦੀ ਕਪੈਸਿਟੀ ਹੁੰਦੀ ਹੈ, ਅਸੀਂ ਐਨਾਲਾਈਜ਼ ਕਰ ਲੈਂਦੇ ਹਾਂ ਉਸ ਚੀਜ਼ ਨੂੰ। ਕਈ ਵਾਰ ਕੀ ਹੁੰਦਾ ਕਿ ਬਹੁਤ ਹੀ ਅਨਨੈਸੈਸਰੀ ਗੱਲਾਂ ਦੇ ਉੱਤੇ ਅਸੀਂ ਬੈਠ ਜਾਂਦੇ ਹਾਂ, ਉਸਨੂੰ ਯਾਦ ਕਰਨ ਬੈਠ ਜਾਂਦੇ ਹਾਂ, ਉਸਨੂੰ ਨੋਟਸ ਬਣਾਉਣ ਬੈਠ ਜਾਂਦੇ ਹਾਂ, ਠੀਕ ਹੈ। ਦੂਸਰਾ ਇਹ ਵੀ ਹੁੰਦਾ ਹੈ ਕਿ ਅਸੀਂ ਓਵਰ ਥਿੰਕਿੰਗ ਕਰਦੇ ਹਾਂ। ਓਵਰ ਥਿੰਕਿੰਗ ਕਰਨ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਡਿਫਿਕਲਟੀ ਅਸੀਂ ਆਪਣੇ ਆਪ ਹੀ ਵਧਾ ਦਿੰਦੇ ਹਾਂ ਐਗਜ਼ਾਮ ਦੇ ਲੈਵਲ ਦੀ। ਉਨਾ ਡਿਫਿਕਲਟ ਐਗਜ਼ਾਮ ਆਉਂਦਾ ਨਹੀਂ ਜਿੰਨਾ ਅਸੀਂ ਬਣਾ ਦਿੰਦੇ ਹਾਂ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਪੂਰਾ ਜੋ ਵੀ ਨੂਮੈਰੀਕਲ ਡੇਟਾ ਗਿਵਨ ਹੈ ਤੁਹਾਡੀ ਬੁੱਕ ਦੇ ਵਿੱਚ ਉਸਨੂੰ ਯਾਦ ਕਰਨ ਬੈਠ ਗਏ। ਕੋਈ ਵੀ ਇੱਦਾਂ ਦੀ ਆਊਟਡੇਟਡ ਟਾਈਪ ਦੀ ਚੀਜ਼ ਜੋ ਤੁਹਾਨੂੰ ਪਤਾ ਹੈ ਕਿ ਉਨੀ ਇੰਪੋਰਟੈਂਟ ਨਹੀਂ ਹੈ, ਲੇਕਿਨ ਫਿਰ ਵੀ ਤੁਸੀਂ ਆਪਣੀ ਡਿਫਿਕਲਟੀ ਵਧਾ ਰਹੇ ਹੋ ਉਸਨੂੰ ਪੜ੍ਹ ਕੇ। ਸੋ ਅਗਰ ਤੁਸੀਂ ਪਹਿਲਾਂ ਹੀ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਸੋਲਵ ਕੀਤਾ ਹੋਏਗਾ, ਦੈਨ ਇਹ ਵਾਲੀ ਜੋ ਪ੍ਰੋਬਲਮ ਹੈ, ਇਹ ਵਾਲਾ ਜੋ ਡਿਲੇਮਾ ਤੁਸੀਂ ਫੇਸ ਕਰਦੇ ਹੋ ਨਾ, ਇਹ ਫੇਸ ਨਹੀਂ ਕਰੋਗੇ ਅਗਰ ਪ੍ਰੀਵੀਅਸ ਈਅਰ ਕੁਐਸਚਨਸ ਦੀ ਕਲੈਰਿਟੀ ਤੁਹਾਡੇ ਮਾਈਂਡ ਨੂੰ ਪਹਿਲਾਂ ਤੋਂ ਹੋਏਗੀ। ਸੋ ਦੈਟਸ ਵਾਈ ਆਈ ਹੈਵ ਰਿਟਨ ਹੇਅਰ ਕਿ ਇਹਦੇ ਨਾਲ ਤੁਹਾਨੂੰ ਲੈਵਲ ਆਫ ਕੁਐਸਚਨਸ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਕੁਐਸਚਨਸ ਆਉਂਦੇ ਨੇ ਐਗਜ਼ਾਮ ਦੇ ਵਿੱਚ, ਔਰ ਉਸ ਤੋਂ ਗੈਸ ਕਰਨਾ ਹੈ ਤੁਸੀਂ ਕਿ ਤੁਸੀਂ ਕਿਵੇਂ ਪੜ੍ਹਨਾ ਹੈ। ਤੁਸੀਂ ਰੀਡਿੰਗ ਕਰਨੀ ਹੈ, ਲੇਕਿਨ ਕਿਸ ਤਰੀਕੇ ਨਾਲ ਤੁਸੀਂ ਪੜ੍ਹਨਾ ਹੈ, ਕਿਸ ਤਰੀਕੇ ਨਾਲ ਬੁੱਕਸ ਨੂੰ ਪੜ੍ਹਨਾ ਹੈ, ਆਪਣਾ ਮਾਈਂਡ ਕਿੱਦਾਂ ਦਾ ਸੈੱਟ ਕਰਕੇ ਤੁਸੀਂ ਆਪਣੇ ਸਿਲੇਬਸ ਨੂੰ ਕੰਪਲੀਟ ਕਰਨਾ ਹੈ, ਠੀਕ ਹੈ। ਸੋ ਦੈਟ ਬਿਕਮਸ ਅਵਰ ਨੈਕਸਟ ਪੁਆਇੰਟ। ਨਾਓ 7th ਕੀ ਹੈ, ਹੈਲਪਸ ਇਨ ਨੋਇੰਗ ਦ ਟ੍ਰੈਂਡਸ ਇਨ ਐਗਜ਼ਾਮੀਨੇਸ਼ਨ। ਦੇਖੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਪਤਾ ਕੀ ਹੁੰਦਾ ਹੈ, ਜਦੋਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਤੁਸੀਂ ਈਅਰ ਵਾਈਜ਼ ਸੋਲਵ ਕਰਦੇ ਹੋ ਨਾ, ਫੋਰ ਐਗਜ਼ਾਮਪਲ ਜਿੱਦਾਂ 2022 ਚੱਲ ਰਿਹਾ, ਠੀਕ ਹੈ, ਇਨਫੈਕਟ ਖਤਮ ਹੀ ਹੋਣ ਵਾਲਾ ਹੈ ਹੁਣ 2022। ਸੋ ਅਗਰ ਤੁਸੀਂ ਸੋਚਦੇ ਹੋ ਕਿ ਮੈਂ 2011 ਤੋਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਸੋਲਵ ਕਰਨਾ ਸਟਾਰਟ ਕਰਨਾ ਹੈ, ਠੀਕ ਹੈ, ਦੈਨ 2011 ਤੋਂ 2022 ਦੇ ਵਿੱਚ ਜਿੰਨੀ ਵਾਰ ਵੀ ਤੁਹਾਡਾ PCS ਦਾ ਪੇਪਰ ਹੋਇਆ, ਠੀਕ ਹੈ, ਕਿਉਂਕਿ ਓਬਵੀਅਸਲੀ ਹਰ ਸਾਲ ਨਹੀਂ ਹੁੰਦਾ ਪੇਪਰ, ਇਹ ਸਾਨੂੰ ਪਤਾ ਹੈ। ਹੁਣ ਵੀ ਪਿਛਲੇ 2 ਸਾਲ ਤੋਂ ਨਹੀਂ ਹੋਇਆ, ਲਾਸਟ ਈਅਰ ਹੋਇਆ ਸੀ 2021 ਦੇ ਵਿੱਚ, ਠੀਕ ਹੈ। ਸੋ PCS ਦਾ ਪੇਪਰ ਹਰ ਸਾਲ ਨਹੀਂ ਹੁੰਦਾ, ਲੇਕਿਨ ਜਿੰਨੀ ਵਾਰ ਵੀ ਹੋਇਆ ਤੁਸੀਂ ਉਹ ਸਾਰੇ ਉਹਦੇ ਕੁਐਸਚਨ ਪੇਪਰਸ ਉਠਾਏ 2011 ਤੋਂ 2022 ਦੇ ਵਿੱਚ। ਦੈਨ ਤੁਸੀਂ ਇੱਕ ਚੀਜ਼ ਰਿਅਲਾਈਜ਼ ਕਰੋਗੇ, ਕੀ ਰਿਅਲਾਈਜ਼ ਕਰੋਗੇ ਕਿ 2011 ਦਾ ਜਿਹੜਾ ਪੇਪਰ ਸੀ 2011 ਦਾ, ਇਹਦੇ ਵਿੱਚ ਜੋ ਵੀ ਕੁਐਸਚਨਸ ਤੁਸੀਂ ਆਪਣੇ ਐਨਾਲਾਈਜ਼ ਕੀਤੇ, ਜੋ ਲਿਸਟ ਬਣਾਈ ਹੈ, ਠੀਕ ਹੈ, ਯੂ ਵਿਲ ਗੈਟ ਟੂ ਨੋ ਕਿ ਇਹਦੇ ਵਿੱਚੋਂ ਕਿੰਨੇ ਕੁਐਸਚਨਸ ਰਿਪੀਟ ਹੋਏ ਹੈ 2013 ਦੇ ਵਿੱਚ, ਠੀਕ ਹੈ। ਯੂ ਵਿਲ ਗੈਟ ਟੂ ਨੋ ਕਿ 2015 ਦਾ ਕੀ ਟ੍ਰੈਂਡ ਰਿਹਾ ਹੈ, 16 ਦਾ ਕੀ ਰਿਹਾ, 17, 18, 19 ਜੋ ਵੀ ਜਦੋਂ ਵੀ ਐਗਜ਼ਾਮ ਹੋਇਆ ਤਾਂ ਉਸ ਦਾ ਟ੍ਰੈਂਡ ਕਿੰਨਾ ਕੁ ਚੇਂਜ ਹੋਇਆ, ਠੀਕ ਹੈ, ਕਿੰਨੀਆਂ ਉਹਦੇ ਵਿੱਚ ਸਿਮਿਲੈਰਿਟੀਜ਼ ਸੀਗੀਆਂ, ਕਿੰਨੀਆਂ ਉਹਦੇ ਵਿੱਚ ਡਿਫਰੈਂਸਸ ਸੀਗੇ। ਇਹ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਲੱਗਦਾ ਹੈ ਜਦੋਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਜਿਹੜਾ ਹੈ ਖੁਦ ਤੋਂ ਐਨਾਲਾਈਜ਼ ਕਰਦੇ ਹੋ, ਠੀਕ ਹੈ, ਆਪਣੇ ਆਪ ਤੋਂ ਐਨਾਲਾਈਜ਼ ਕਰਦੇ ਹੋ। ਦੇਖੋ ਸੈਲਫ ਐਨਾਲਿਸਿਸ ਇਜ਼ ਦ ਬੈਸਟ ਐਨਾਲਿਸਿਸ ਆਈ ਵੁੱਡ ਸੇ। ਤੁਸੀਂ ਅਗਰ ਆਪਣੇ ਆਪ ਕਰੋਗੇ ਚੀਜ਼ਾਂ ਨੂੰ, ਸਪੈਸ਼ਲੀ ਪ੍ਰੀਵੀਅਸ ਈਅਰ ਕੁਐਸਚਨਸ ਨੂੰ, ਦੈਨ ਤੁਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਆਪਣੀ ਅਲਾਈਨਮੈਂਟ ਜੋ ਹੈ ਉਸ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਸਕਦੇ ਹੋ, ਠੀਕ ਹੈ। ਸੋ 7th ਪੁਆਇੰਟ ਐਕਚੁਅਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜੋ ਤੁਹਾਨੂੰ ਟ੍ਰੈਂਡ ਦੱਸਦਾ ਐਗਜ਼ਾਮੀਨੇਸ਼ਨ ਦਾ, ਠੀਕ ਹੈ। ਫੋਰ ਐਗਜ਼ਾਮਪਲ ਜਿੱਦਾਂ ਮੈਂ ਬੁੱਕ ਲਿਸਟ ਵਾਲੀ ਆਈ ਥਿੰਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਹਿਸਟਰੀ ਹੈ, ਹਿਸਟਰੀ ਫੋਰ ਐਗਜ਼ਾਮਪਲ, ਹਿਸਟਰੀ ਦੇ ਵਿੱਚੋਂ ਜੋ ਤੁਹਾਡਾ ਮਾਡਰਨ ਹਿਸਟਰੀ ਦਾ ਪਾਰਟ ਹੁੰਦਾ ਨਾ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਹੁਣ ਮੈਂ ਇਹ ਕਿਉਂ ਬੋਲ ਰਹੀ ਹਾਂ ਕਿ ਮਾਡਰਨ ਹਿਸਟਰੀ ਦਾ ਪਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ, ਮੈਂ ਇਹ ਖੁਦ ਤੋਂ ਨਹੀਂ ਬੋਲ ਰਹੀ, ਇਹ ਸਾਡਾ ਐਨਾਲਿਸਿਸ ਸਾਨੂੰ ਦੱਸਦਾ ਹੈ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਪੇਪਰ ਆਉਂਦਾ ਹੈ ਤਾਂ ਉਹਦੇ ਵਿੱਚ ਇਨ ਕੰਪੈਰੀਜ਼ਨ ਟੂ ਏਂਸ਼ੀਅੰਟ ਐਂਡ ਮੈਡੀਵਲ ਮਾਡਰਨ ਦੇ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ। ਸੋ ਦੈਟਸ ਵਾਈ ਆਪਾਂ ਉਸ ਤੇ ਐਮਫਸਾਈਜ਼ ਕਰਦੇ ਹਾਂ ਫਿਰ ਕਿ ਜੋ ਮਾਡਰਨ ਹਿਸਟਰੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਲਈ। ਸੋ ਇਹ ਚੀਜ਼ ਕਿਵੇਂ ਪਤਾ ਲੱਗੀ ਸਾਨੂੰ? ਪ੍ਰੀਵੀਅਸ ਈਅਰ ਕੁਐਸਚਨਸ ਤੋਂ ਪਤਾ ਲੱਗੀ, ਔਰ ਸੇਮ ਉਸੇ ਤਰੀਕੇ ਨਾਲ ਤੁਹਾਨੂੰ ਪਤਾ ਲੱਗੇਗੀ ਜਦੋਂ ਤੁਸੀਂ ਉਹਨਾਂ ਨੂੰ ਸੋਲਵ ਕਰੋਗੇ, ਠੀਕ। ਸੋ ਇਹ ਪੁਆਇੰਟ ਇਸ ਲਈ ਇੰਪੋਰਟੈਂਟ ਹੋ ਜਾਂਦਾ ਹੈ। ਨੈਕਸਟ ਐਂਡ ਮੋਸਟ ਇੰਪੋਰਟੈਂਟ ਥਿੰਗ ਇਜ਼ ਟਾਈਮ ਮੈਨੇਜਮੈਂਟ। ਦੇਖੋ ਹਰ ਇੱਕ ਪੁਆਇੰਟ ਨੂੰ ਮੈਂ ਮੋਸਟ ਇੰਪੋਰਟੈਂਟ ਕਿਉਂ ਲਿਖਿਆ ਹੈ, ਬਿਕੋਜ਼ ਮੈਂ ਇੱਥੇ ਜਿਹੜੇ 10 ਪੁਆਇੰਟਸ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਉਹ ਆਪਣੇ ਆਪ ਦੇ ਵਿੱਚ ਮੋਸਟ ਇੰਪੋਰਟੈਂਟ ਪੁਆਇੰਟਸ ਨੇ, ਠੀਕ ਹੈ। ਦੈਟਸ ਵਾਈ ਮੈਂ ਉੱਥੇ ਮੈਂਸ਼ਨ ਕੀਤੇ ਸਾਰੇ ਪੁਆਇੰਟਸ। ਉਹ ਹੁਣ ਟਾਈਮ ਮੈਨੇਜਮੈਂਟ ਵਾਲਾ ਪੁਆਇੰਟ ਕਿਉਂ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ? ਦੇਖੋ ਟਾਈਮ ਮੈਨੇਜਮੈਂਟ ਦਾ ਮਤਲਬ ਕੀ ਹੁੰਦਾ, ਪਹਿਲਾਂ ਤਾਂ ਇਹ ਸਮਝੋ। ਜੋ ਤੁਹਾਡਾ ਡੇ ਹੁੰਦਾ ਹੈ, ਡੇ ਮਤਲਬ ਜੋ ਤੁਹਾਡਾ ਡਿਸਾਈਡਿੰਗ ਡੇ ਹੁੰਦਾ ਹੈ, ਐਗਜ਼ਾਮ ਡੇ, ਉਸ ਦਿਨ ਤੁਹਾਡੇ 2 ਐਗਜ਼ਾਮਸ ਹੋਣੇ ਹੈ। ਪ੍ਰੀ ਦੀ ਅਗਰ ਅਸੀਂ ਗੱਲ ਕਰੀਏ, ਠੀਕ ਹੈ, ਮੇਨਸ ਦੇ ਵੀ 2 ਕਰਕੇ ਹੀ ਹੁੰਦੇ ਆ ਵੈਸੇ। ਪ੍ਰੀ ਦੇ 2 ਐਗਜ਼ਾਮ ਹੋਣੇ, ਇੱਕੋ ਹੀ ਦਿਨ ਦੇ ਵਿੱਚ ਐਗਜ਼ਾਮ ਹੋਣਗੇ, ਠੀਕ ਹੈ, ਵਿੱਚ ਤੁਹਾਡਾ 2 ਘੰਟੇ ਦਾ ਆਈ ਥਿੰਕ ਗੈਪ ਹੁੰਦਾ ਹੈ, ਔਰ ਮਾਰਨਿੰਗ ਔਰ ਈਵਨਿੰਗ ਸ਼ਿਫਟ ਦੇ ਵਿੱਚ ਤੁਹਾਡਾ ਐਗਜ਼ਾਮ ਹੋਏਗਾ, ਪਹਿਲਾਂ ਮਾਰਨਿੰਗ ਸ਼ਿਫਟ ਦੇ ਵਿੱਚ ਦੈਨ ਈਵਨਿੰਗ ਸ਼ਿਫਟ ਦੇ ਵਿੱਚ, ਠੀਕ ਹੈ।
ਹੁਣ ਇੱਥੇ ਇੱਦਾਂ ਦਾ ਹੈ ਨਹੀਂ ਕਿ ਤੁਹਾਨੂੰ ਅਨਲਿਮਿਟਿਡ ਟਾਈਮ ਮਿਲਦਾ ਹੈ ਜਾਂ ਫਿਰ ਤੁਹਾਨੂੰ 4-5 ਘੰਟੇ ਮਿਲਦੇ ਹੈ। ਠੀਕ ਹੈ, ਤੁਸੀਂ 100 ਕੁਐਸਚਨ ਸੋਲਵ ਕਰਨੇ ਹੁੰਦੇ ਆ ਲੇਕਿਨ ਤੁਹਾਨੂੰ 2 ਘੰਟੇ ਦਾ ਹੀ ਟਾਈਮ ਮਿਲਦਾ ਹੈ। ਠੀਕ ਹੈ, ਔਰ ਇਹ ਚੀਜ਼ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ, ਸਪੈਸ਼ਲੀ ਅਗਰ ਤੁਸੀਂ 2021 ਦਾ PCS ਦਾ ਪੇਪਰ ਉਠਾ ਕੇ ਦੇਖੋਗੇ ਨਾ, ਅਸੀਂ ਵੀ ਡਿਸਕਸ ਕਰਾਂਗੇ ਉਸਨੂੰ, ਲੇਕਿਨ ਅਗਰ ਤੁਸੀਂ ਖੁਦ ਤੋਂ ਦੇਖਿਆ ਹੋਏਗਾ ਪਹਿਲਾਂ ਜਾਂ ਦੇਖੋਗੇ ਹੁਣ, ਯੂ ਵਿਲ ਗੈਟ ਟੂ ਨੋ ਕਿ ਪੇਪਰ ਵਾਜ਼ ਵੈਰੀ ਲੈਂਥੀ। ਅਗਰ ਤੁਸੀਂ GS ਦਾ ਉਠਾਣਾ ਹੈ ਉਹ ਉਠਾ ਲਓ, CSAT ਦਾ ਉਠਾਣਾ ਹੈ ਉਹ ਉਠਾ ਲਓ, ਪੇਪਰ ਦੀ ਲੈਂਥ ਬਹੁਤ ਜ਼ਿਆਦਾ ਸੀ, ਇਹ ਫੈਕਟ ਹੈ। ਠੀਕ ਹੈ, ਇਟ ਵਾਜ਼ ਨॉट डिफिकल्ट बट इट वाज लेंथी बोथ ऑफ CSAT एंड ऑफ जनरल स्टडीज। ठीक है, सो अगर लेंथी आ रहा है पेपर दैन साडे लई की इंपॉर्टेंट हो जाता है कि असी अपने टाइम नूं किद्दां मैनेज करना है उन्हां 2 घंटियां दे विच कि साडा पूरा पेपर बहुत ही एक एफिशिएंट तरीके दे नाल असी कंप्लीट कर पाए, अपना पूरा दा पूरा फोकस असी हर एक क्वेश्चन नूं इक्वली ਦੇ ਪਾਈਏ। ਉਹਦੇ ਲਈ ਅਸੀਂ ਕਿੱਦਾਂ ਟਾਈਮ ਮੈਨੇਜ ਕਰਨਾ ਹੈ ਇਹ ਸਾਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਅਸੀਂ ਪ੍ਰੋਪਰਲੀ ਸੈਟ ਪੈਟਰਨ ਦੇ ਵਿੱਚ, ਸੈਟ ਪੈਟਰਨ ਦਾ ਮਤਲਬ ਹੁੰਦਾ ਹੈ ਕਿ ਜਿਸ ਦਿਨ ਤੁਹਾਡਾ ਐਗਜ਼ਾਮ ਹੈ ਉਸ ਦਿਨ ਜਿੱਦਾਂ ਤੁਹਾਡਾ ਐਗਜ਼ਾਮ ਹੋਏਗਾ ਬਿਲਕੁਲ ਉਸੇ ਪੈਟਰਨ ਦੇ ਵਿੱਚ ਤੁਸੀਂ ਆਪਣਾ ਘਰੇ ਐਗਜ਼ਾਮ ਦੇ ਕੇ ਜਾਓਗੇ ਪਹਿਲਾਂ ਤੋਂ। ਵੈਸੇ ਤਾਂ ਟੈਸਟ ਸੀਰੀਜ਼ ਤੁਹਾਡੀ ਪ੍ਰੈਕਟਿਸ ਕਰਾ ਦਿੰਦੀ ਹੈ ਲੇਕਿਨ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਜਦੋਂ ਤੁਸੀਂ ਉਸ ਤਰੀਕੇ ਨਾਲ ਸੋਲਵ ਕਰਕੇ ਜਾਓਗੇ ਉਹ ਵੀ ਤੁਹਾਨੂੰ ਬਹੁਤ ਅੱਛਾ ਇੱਕ ਆਈਡੀਆ ਦੇਣਗੇ ਕਿ ਤੁਸੀਂ ਕਿੰਨਾ ਆਪਣਾ ਟਾਈਮ ਮੈਨੇਜ ਕਰਨਾ ਹੈ, ਕਿਵੇਂ ਕਰਨਾ ਹੈ ਉਸ ਦਿਨ। ठीक है, सो ये चीज़ है। देखो 9th बहुत ही ऑब्वियस जिहा फैक्ट है कि अगर तुसी PYQs नूं सॉल्व करके जाओगे then you will be at best position in comparison to the candidate who has not touched the previous year questions even। ठीक है, जो नहीं करके जा रहे ਉਹਦੇ कंपैरिजन च ਤੁਹਾਨੂੰ डेफिनेटली ही आई वुड से कि 5 या 6 नंबर ਦਾ बेनिफिट होएगा, पक्का होएगा अगर तुसी करके जाओगे। क्यों? बहुत ऑब्वियस जिहा रीजन की है, रिपीटेशन। रिपीटेशन ਹੁੰਦੀ ਹੈ एग्जाम्स ਦੇ ਵਿੱਚ। ठीक है, इस चीज़ ਨੂੰ ਤੁਸੀਂ ਮੰਨ ਲਓ बिकॉज और अच्छा रिपीटेशन ਦਾ ਮਤਲਬ ਮੈਂ ਪਹਿਲਾਂ ਵੀ ਦੱਸਿਆ ਇਹ ਨਹੀਂ ਹੁੰਦਾ ਕਿ 10 ਜਾਂ 20 ਕੁਐਸਚਨ ਰਿਪੀਟ ਹੋ ਜਾਣਗੇ। नो, इट इज़ नॉट रिपीटेशन। रिपीटेशन ਦਾ ਮਤਲਬ ਹੈ ਕਿ ऑप्शंस जो ने, ਕੁਐਸਚਨਸ ਜੋ ਨੇ ਉਹਨਾਂ ਦਾ ਇੱਕ ਟ੍ਰੈਂਡ ਹੁੰਦਾ ਹੈ ਜੋ ਚੱਲ ਰਿਹਾ ਹੁੰਦਾ ਹੈ। ठीक है, और ਉਸ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਰਿਪੀਟ ਹੋਣ ਦੇ। ठीक है, फेवरेट टाइप के क्वेश्चंस होंगे कुछ कमीशन दे जो पूछदा है। ठीक है, सो उसनों तुसी एनालाइज कर लेंदे हो अगर तुसी प्रीवियस ईयर क्वेश्चन कीते हैं, और फिर वो स्टूडेंट जिसने नहीं कीते वो ऑब्वियसली लॉस दे विच चला जाता है। ठीक है, अगला है कैन वर्क एज गेम चेंजर्स। देखो गेम चेंजर की तरह किद्दां काम करते हैं, सानू स्टार्टिंग तो ना एक हैबिट होंदी है कि अगर जो क्वेश्चन असी पहला तो देखा हुआ है अगर वो क्वेश्चन अपीयर हो जाए एग्जाम दे विच डिटो, मतलब एज इट इज़ अपीयर हो जाए, दैन उस तो बैटर साडे लई की हो सकता है? कुछ नहीं हो सकता ना उस तो बैटर साडे लई। 2 नंबर का साडा एक क्वेश्चन है और अगर एक क्वेश्चन सानू फ्री का मिल गया इदां दा जो असी पहला सॉल्व करके गए सी और उही एग्जाम दे विच आ गया, ऑल दो इसके चांसिस घट ने लेकिन हो सकता है। ठीक है, हो कई बार इदां हुंदा कि बहुत घट माइन्यूट जे चेंजेस होंदे ऑप्शनस दे विच। ठीक है, बिल्कुल माइन्यूट चेंजेस दे नाल तुहानू क्वेश्चन दोबारा रिपीट होंदा दिखता है। ਹੁਣ अगर तुसी वो कैंडीडेट हो जिहड़ा प्रॉपरली एनालाइज करके गया है प्रीवियस ईयर क्वेश्चंस नूं, दैन थोड़े लिए वो गोल्डन अपॉर्चुनिटी होएगी। ठीक है, एंड 1 क्वेश्चंस मीन अ लॉट इन दीज काइंड ऑफ कॉम्पिटिटिव एग्जामिनेशंस। यू कैन बी इन, यू कैन बी आउट ऑफ लिस्ट, डिसाइडिंग फैक्टर हो सकता है एक क्वेश्चन। ठीक है, सो गेम चेंजर्स की तरह डेफिनेटली काम कर सकते हैं अगर तुसी सीरियस तरीके दे नाल अपने प्रीवियस ईयर क्वेश्चंस नूं सॉल्व करके जाओगे। ठीक है, so that's all in today's video, all the best for your preparation। मैं इस वीडियो ਦੇ ਵਿੱਚ ਪੂਰਾ ਇਹ ਟਰਾਈ ਕੀਤਾ ਹੈ ਕਿ ਪ੍ਰੀਵੀਅਸ ਈਅਰ ਕੁਐਸਚਨਸ ਜੋ ਨੇ ਨਾ ਉਹਨੂੰ ਤੁਸੀਂ ਬਿਲਕੁਲ ਵੀ ਲਾਈਟਲੀ ਨਹੀਂ ਲੈਣਾ ਔਰ ਉਹਦੇ ਕੀ ਇੰਪੋਰਟੈਂਸ ਨੇ ਉਹ ਪੁਆਇੰਟ ਵਾਈਜ਼ ਫਾਰਮੈਟ 'ਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰ ਚੁੱਕੀ ਹਾਂ। ਠੀਕ ਹੈ, सो अज तो बाद जो भी तुसी कुछ भी स्टडी करना है, वट एवर यू विल रीड, यू हैव टू रीड इट इन कंटैक्सट टू योर प्रीवियस ईयर क्वेश्चंस एज वेल। अगर तुसी हुण तक नहीं कर रहे सी दैन करना स्टार्ट कर दो प्रीवियस ईयर क्वेश्चंस नूं। ठीक है, बिकॉज बहुत ज़्यादा इंपॉर्टेंट ने और होर ज़्यादा जो डिटेल है कि कितना इंपॉर्टेंट ने ऑलरेडी तुहानूं पता लग चुके हैं। ठीक है, सो इस वीडियो च आपां इन्ना ही डिस्कस करांगे। अगे डेफिनेटली तुहाडे लई इदां दे ही इन्फॉर्मेटिव वीडियोज़ लैके आंदे रहांगे। तुसीं जरूर साडे टैलीग्राम चैनल नूं विजिट करना है, एग्जाम हट 01 करके है, मैं मैंशन कर दांगी डिस्क्रिप्शन दे विच, एंड उसनूं ज्वाइन करना है बिकॉज उत्थे असीं अपडेट्स दिंदे रहिंदे हां तुहानूं इन्हां चीज़ां नाल रिलेटेड, PCS नाल रिलेटेड स्पैसीफिकली, एंड अगे असीं होर भी चीज़ां लॉन्च करांगे जिहदा बेनीफिट तुहानूं देखण नूं जरूर मिलेगा। सो तुसीं जाके जरूर टैलीग्राम चैनल नूं ज्वाइन करना है। अज लई आपां इन्ना ही डिस्कस करांगे।
Thanks a lot for today's session and all the best for your preparation.